ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਚੌਥਾ। ਜਿਸ ਅੰਦਰ ਤਾਤ ਪਰਾਈ ਹੋਵੈ, ਤਿਸ ਦਾ ਕਦੇ ਨਾ ਹੋਵੀ ਭਲਾ। ਉਸ ਦੈ ਆਖੀਐ ਕੋਈ ਨਾ ਲੱਗੈ, ਨਿਤ ਉਜਾੜੀ ਪੁਕਾਰੇ ਖਲਾ। ਜਿਸ ਅੰਦਰ ਚੁਗਲੀ ਚੁਗਲੋ ਵਜੈ, ਕੀਤਾ ਕਰਤਿਆਂ ਉਸ ਦਾ ਸਭ ਗਿਆ। ਨਿਤ ਚੁਗਲੀ ਕਰੇ ਅਨਹੋਂਦੀ ਪਰਾਈ, ਮੋਹ ਕੱਢ ਨਾ ਸਕੈ ਉਸ ਦਾ ਕਾਲਾ ਭਇਆ। ਕਰਮ ਧਰਤੀ ਸਰੀਰ ਕਲ ਯੁਗ ਵਿੱਚ ਜਿਹਾ ਕੋ ਬੀਜੈ, ਤਿਹਾ ਕੋ ਖਾਏ। ਗੱਲਾਂ ਉਪਰ ਤਪਾਵਸ ਨਾ ਹੋਈ, ਵਿਸ਼ ਖਾਧੀ ਤਤਕਾਲ ਮਰ ਜਾਏ। ਭਾਈ ਵੇਖੋ ਨਿਆਉ ਸੱਚ ਕਰਤੇ ਕਾ, ਜਿਹਾ ਕੋਈ ਕਰੇ ਤਿਹਾ ਕੋਈ ਪਾਏ। ਜਨ ਨਾਨਕ ਕੋ ਸਭ ਸੋਝੀ ਪਾਈ, ਹਰ ਦਰ ਕੀਆਂ ਬਾਤਾਂ ਆਖ ਸੁਣਾਏ। ਤੂੰ ਚੋ ਸੱਜਣ ਮੈਂਡਿਆ, ਲਈ ਸਿਸ ਉਤਾਰ। ਨੈਣ ਮੋਹੰਜੀ ਤਰਸਦੇ, ਨੈਣ ਮੋਹੰਜੇ ਤਰਸਦੇ। ਕਦ ਪਸੀ ਦੀਦਾਰ। ਪਰਮ ਸਨਮਾਨ ਸਤਿਕਾਰਯੋਗ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਵ ਕਲਾ ਭਰਪੂਰ ਸਮਰੱਥ ਗੁਰੂ, ਲੋਕ ਪਰਲੋਕ ਦੇ ਰੱਖਿਅਕ ਭਗਤ ਵਸ਼ਲ, ਗਿਆਨ ਦੇ ਸਾਗਰ ਬਖਸ਼ਿੰਦ ਪਿਤਾ ਪ੍ਰਤੱਖ ਹਰ, ਦਸਾਂ ਪਾਤਸ਼ਾਹੀਆਂ ਦੀ ਭਗਤਾਂ ਭੱਟਾਂ ਸਿੱਖਾਂ ਦੀ ਪਿਆਰੀ ਜੋਤ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਦੇ ਵਿੱਚ ਗੁਰੂ ਸ਼ਬਦ ਦੇ ਨਾਲ ਜੁੜ ਬੈਠੀ ਜੁੜ ਰਹੀ ਸਾਧ ਸੰਗਤ, ਧੰਨਤਾ ਦੇ ਯੋਗ ਵਡਭਾਗੇ ਹੋ ਸਤਿਗੁਰੂ ਜੀ ਨੇ ਦਇਆ ਮਿਹਰ ਕੀਤੀ ਹੈ। ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ ਨਦਰੀ ਮੁੱਖ ਦੁਆਰ। ਸਤਿਗੁਰੂ ਨੇ ਦਇਆ ਮਿਹਰ ਕੀਤੀ ਹੈ। ਜੀਵਨ ਦੇ ਅਨਮੋਲ ਸਵਾਸ ਸਮਾਂ ਸਫਲ ਕਰਨ ਦਾ ਮੌਕਾ ਦੇ ਦਿੱਤਾ। ਸੁਆਓ ਬਖਸ਼ਿਆ ਹੋਇਆ ਸਮਾਂ ਸਫਲ ਕਰ ਲਈਏ। ਗੁਰ ਕੀ ਮਤ ਤੂੰ ਲੇਹ ਗਿਆਨੇ, ਭਗਤ ਬਿਨਾ ਬਹੁ ਡੂਬੇ ਸਿਆਨ। ਮਨੁੱਖ ਕੈਸਾ ਵੀ ਹੋਵੇ, ਕੋਈ ਵੀ ਹੋਵੇ, ਜੇ ਉਸ ਦੀ ਜ਼ਿੰਦਗੀ ਦੇ ਵਿੱਚ ਭਾਵ ਭਗਤ ਨਹੀਂ ਹੈ, ਉਸ ਦੇ ਡੁੱਬਣ ਦਾ ਚਾਂਸ ਹਮੇਸ਼ਾ ਬਣਿਆ ਰਹੇਗਾ। ਉਸ ਦੇ ਡੁੱਬਣ ਦਾ ਹਮੇਸ਼ਾ ਚਾਂਸ ਬਣਿਆ ਰਹੇਗਾ ਜੋ ਸ਼ਬਦ ਤੋਂ ਸੱਚ ਤੋਂ ਦੂਰ ਰਹੇਗਾ। ਕਿਉਂਕਿ ਸੱਚ ਤੋਂ ਬਿਨਾਂ ਜ਼ਿੰਦਗੀ ਜਿਹੜੀ ਹੈ ਉਹ ਡਾਰਕ ਹੈ, ਹਨੇਰਾ ਹੈ। ਤੇ ਜਿਹੜਾ ਗਿਆਨ ਹੈ ਇੱਕ ਐਸਾ ਅੰਜਨ ਹੈ ਜਿਹੜਾ ਸਾਨੂੰ ਮਾਲਕ ਦੇ ਗਿਆਨ ਪ੍ਰਕਾਸ਼ ਨੂੰ ਦਰਸਾਉਂਦਾ। ਸੋ ਇਸ ਲਈ
ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਇਸ ਕਰਕੇ ਗੁਰੂ ਦਾ ਪਿਆਰਾ ਮਿਲ ਜਾਏ ਤੇ ਸੱਚ ਦਾ ਗਿਆਨ ਦਾ ਪ੍ਰਕਾਸ਼ ਜਿਹੜਾ ਉਹ ਹੋਏਗਾ ਜਾਂ ਮਿਲ ਜਾਏਗਾ। ਸੋ ਸਤਿਗੁਰੂ ਮਹਾਰਾਜ ਜੀ ਮਿਹਰ ਕਰਨ, ਕਿਰਪਾ ਕਰਨ, ਸਾਨੂੰ ਇਸ ਭਵਜਲ ਸਾਗਰ ਤੋਂ ਤਾਰ ਕੇ ਆਪਣੇ ਚਰਨਾਂ ਦੇ ਨਾਲ ਜੋੜਨ। ਆਓ ਸ਼ਬਦ ਹੀ ਵਿਚਾਰ ਹੈ, ਉਸ ਨੂੰ ਆਰੰਭ ਕਰਦੇ ਹਾਂ। ਬੜਾ ਪਿਆਰਾ ਸ਼ਬਦ ਹੈ ਅੱਜ ਦਾ। ਸ਼ਬਦ ਦੀਆਂ ਪੰਕਤੀਆਂ ਆਪ ਜੀ ਨੇ ਸਰਵਣ ਕੀਤੀਆਂ ਹਨ। ਸ਼ਲੋਕ ਮਹੱਲਾ ਚੌਥਾ। ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਪਾਵਨ ਪਵਿੱਤਰ ਸ਼ਬਦ ਹੈ। ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ। ਰੋਜ਼ ਪੜ੍ਹਦੇ ਹਾਂ, ਕੁਝ ਸਮੇਂ ਬਾਅਦ ਅਸੀਂ ਪੜ੍ਹਨਾ ਸਿੱਖ ਜਾਂ ਸਾਡਾ ਗੁਰੂ ਸਾਨੂੰ ਪਤਾ ਕੀ ਕਹਿੰਦਾ। ਪਾਤਸ਼ਾਹ ਕਹਿੰਦੇ ਨੇ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਸਾਰਿਆਂ ਨੇ ਸਿੱਖਿਆ ਹੋਇਆ, ਪਰ ਇਹ ਕਿਉਂ ਆਖਿਆ ਵੀ ਕੋਈ ਹੈ ਜਿਹਦਾ ਕਦੇ ਭਲਾ ਨਹੀਂ ਹੋ ਸਕਦਾ। ਵੈਸੇ ਅਸੀਂ ਸਾਰਿਆਂ ਦਾ ਭਲਾ ਮੰਗਦੇ ਵੀ ਹਾਂ। ਇੱਕ ਬਹੁਤ ਪਿਆਰੀ ਵਿਚਾਰ ਹੀ ਹੈ ਨਾ, ਭਲਾ ਅਸੀਂ ਸਭ ਦਾ ਮੰਗਦੇ ਹਾਂ, ਸਿੱਖ ਸਭ ਦਾ ਮੰਗਦਾ। ਪਰ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਕੋਈ ਹੈ ਜਿਹਦਾ ਭਲਾ ਨਹੀਂ ਹੋਣਾ, ਜਿਸ ਦਾ ਭਲਾ ਨਹੀਂ ਹੋਣਾ। ਪਰ ਉਹਦਾ ਵੀ ਹਾਲ ਦੱਸਿਆ। ਸੋ ਖੈਰ ਸ਼ਬਦ ਦੀ ਆਰੰਭਤਾ ਕਰਦੇ ਹਾਂ। ਉਹਦਾ ਕਿਉਂ ਨਹੀਂ ਭਲਾ ਹੋਣਾ, ਕਿਉਂ ਨਹੀਂ ਭਲਾ ਹੋਣਾ। ਦੁਨਿਆਵੀ ਉਦਾਹਰਨਾਂ ਅਸੀਂ ਲੈਂਦੇ ਹਾਂ, ਸੌਖੀ ਸਮਝ ਲੱਗ ਜਾਂਦੀ ਹੈ। ਪਰੇਸ਼ਾਨ ਤੇ ਤੰਗ ਕਰਨ ਵਾਲੀ ਔਲਾਦ, ਧਿਆਨ ਦੇਣਾ, ਤੰਗ ਪਰੇਸ਼ਾਨ ਕਰਨ ਵਾਲੀ ਔਲਾਦ। ਕਈ ਵਾਰ ਮਾਂ ਬਾਪ ਦੇ ਮੂੰਹ ਦੇ ਵਿੱਚੋਂ ਗੁੱਸੇ ਵਿੱਚ ਨਿਕਲ ਜਾਂਦਾ, ਤੁਹਾਡੇ ਜੰਮਣ ਤੋਂ ਬਿਨਾਂ ਹੀ ਅਸੀਂ ਚੰਗੇ ਸਾਂ, ਤੂੰ ਸਾਡੇ ਘਰ ਨਾ ਆਉਂਦਾ। ਇਸ ਤਰ੍ਹਾਂ ਦੀ ਭਾਸ਼ਾ ਜਿਹੜੀ ਹੈ ਅਸੀਂ ਸੁਣੀ ਵੀ, ਤੁਸੀਂ ਵੀ ਸੁਣੀ ਹੋਏਗੀ। ਕਈ ਵਾਰ ਗੁੱਸੇ ਦੇ ਵਿੱਚ ਇਸ ਤਰ੍ਹਾਂ ਦੀ ਉਹਨੂੰ ਕਿਉਂ ਕਿਹਾ ਜਾਂਦਾ? ਉਹਦੇ ਵਿੱਚ ਕੋਈ ਐਸੀ ਖਾਮੀ, ਐਸਾ ਅਵਗੁਣ ਹੋਏਗਾ ਜਿਸ ਕਰਕੇ ਬਹੁਤ ਦਰਦ ਹੁੰਦਾ ਹੈ, ਬਹੁਤ ਤਕਲੀਫ ਹੁੰਦੀ ਹੈ। ਜੰਮੇ ਹੋਏ ਮਾਂ, ਜਿਨ੍ਹਾਂ ਨੇ ਬੱਚੇ ਜੰਮੇ ਹੁੰਦੇ ਨੇ, ਉਹ ਮਾਂ ਬਾਪ ਵੀ ਕਈ ਵਾਰ ਇਸ ਤਰ੍ਹਾਂ ਕਹਿ ਦਿੰਦੇ ਨੇ। ਸਾਡਾ ਮਾਂ ਬਾਪ, ਸਾਡੀ ਬਾਣੀ, ਸਾਡਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ, ਤੇ ਉਹ ਵੀ ਕਹਿ ਦਿੰਦੇ ਨੇ ਉਹਦਾ ਭਲਾ ਨਹੀਂ ਹੋ ਸਕਦਾ ਭਾਈ, ਚਾਹੇ ਤੁਸੀਂ ਮੇਰੇ ਪੁੱਤਰ ਧੀਆਂ ਹੀ ਹੋ। ਕਿਹਦਾ? ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੇ ਭਲਾ। ਤਾਤ ਪਰਾਈ ਇੱਥੇ ਅਸੀਂ ਰੱਖ ਸਕਦੇ ਹਾਂ ਈਰਖਾ। ਈਰਖਾ ਸਬਜੈਕਟ ਬਹੁਤ ਵਧੀਆ, ਸਾਨੂੰ ਸੁਣਨਾ ਚਾਹੀਦਾ, ਮੈਨੂੰ ਵੀ ਤੁਹਾਨੂੰ ਵੀ, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਨੇ ਅੰਦਰ ਪੈਦਾ ਹੁੰਦੀਆਂ ਨੇ, ਇਹ ਬਿਮਾਰੀ ਨੂੰ ਮਾਰਨਾ। ਅਸੀਂ, ਮੈਂ ਤੁਹਾਨੂੰ ਇਹ ਦਾਅਵਾ ਕਰਕੇ ਨਹੀਂ ਕਹਿੰਦਾ ਮੈਂ ਪੂਰਾ ਕਿਧਰੇ ਨਹੀਂ, ਹੋ ਸਕਦਾ ਬਿਮਾਰੀ ਆਏ ਤੇ ਬਿਮਾਰੀ ਦੇ ਆਉਣ ਤੋਂ ਪਹਿਲਾਂ ਹੀ ਬਚਾਅ ਕਰ ਲਿਆ ਜਾਵੇ ਤੇ ਚੰਗੀ ਗੱਲ ਹੈ, ਤਾਂ ਜੋ ਬਿਮਾਰੀ ਫੈਲੇ ਨਾ। ਜੇ ਬਿਮਾਰੀ ਫੈਲ ਗਈ ਫਿਰ ਸਾਂਭਣੀ ਔਖੀ ਹੋ ਜਾਏਗੀ। ਈਰਖਾ ਵੀ ਇੱਕ ਬਿਮਾਰੀ ਹੈ। ਗੁਰੂ ਮਹਾਰਾਜ ਜੀ, ਗੁਰੂ ਰਾਮਦਾਸ ਮਹਾਰਾਜ ਜੀ, ਇਹ ਸਾਰੀਆਂ ਚੀਜ਼ਾਂ ਉਹਨਾਂ ਦੇ ਨਾਲ ਹੱਡ ਬੀਤੀਆਂ ਨੇ, ਤਾਂ ਹੀ ਉਹਨਾਂ ਨੇ ਸਾਰਾ ਕੁਝ ਲਿਖਿਆ ਬਾਣੀ ਦੇ ਵਿੱਚ, ਸਭ ਕੁਝ ਪੜ੍ਹਿਆ, ਸੁਣਿਆ, ਦੇਖਿਆ, ਹੰਢਾਇਆ, ਤੇ ਫਿਰ ਉਹਨਾਂ ਨੇ ਇਹ ਗੁਰਬਾਣੀ ਦੇ ਵਿੱਚ ਲਿਖ ਦਿੱਤਾ। ਜੋ ਈਰਖਾਲੂ ਹੁੰਦਾ ਉਹਦੇ ਅੰਦਰ ਪ੍ਰੇਮ ਬਿਲਕੁਲ ਨਹੀਂ ਹੁੰਦਾ। ਧਿਆਨ ਦੇਣਾ, ਜਿਹੜਾ ਪਿਆਰਾ ਪ੍ਰੀਤਮ ਹੁੰਦਾ, ਪਿਆਰਾ ਹੁੰਦਾ, ਪ੍ਰੇਮ ਵਾਲਾ ਹੁੰਦਾ, ਉਹਦੇ ਅੰਦਰ ਇਹ ਬਿਮਾਰੀ ਪੈਦਾ ਹੀ ਨਹੀਂ ਹੁੰਦੀ। ਧਿਆਨ ਦੇਣਾ, ਗੰਦਗੀ ਜਿੱਥੇ ਹੁੰਦੀ ਹੈ, ਰੋੜੀਆਂ ਜਿੱਥੇ ਹੁੰਦੀਆਂ ਨੇ, ਉੱਥੇ ਮੱਛਰ ਜ਼ਿਆਦਾ ਹੁੰਦਾ ਹੈ ਨਾ। ਤੁਸੀਂ ਡਰਾਇੰਗ ਰੂਮ ਤੇ ਲੌਬੀ ਨੂੰ ਕਲੀਨ ਕਰਦੇ ਹੋ, ਪੋਚੇ ਵਾਲੀਆਂ ਲਾ ਪੋਚਾ ਘਸਾ ਸੁੱਟਦੀਆਂ ਨੇ ਫਰਸ਼, ਆਪ ਤੇ ਕਰਨਾ ਨਹੀਂ, ਗੁਸਤਾਖੀ ਮਾਫ, ਫਿਰ ਕਹਿਣਾ ਆਹ ਹੋ ਗਿਆ ਤੇ ਉਹ ਹੋ ਗਿਆ ਜੀ, ਸਰੀਰ ਖਰਾਬ ਹੋ ਗਏ। ਚਲੋ ਵਿਚਾਰ ਵਿੱਚੋਂ ਹੀ ਆ ਜਾਂਦਾ, ਹਰ ਚੀਜ਼ ਗਿਆਨ ਦਿੰਦੀ ਹੈ,
आप पोचे लाया करो साध संगत। जिन्हें शरीर नूं सही रखना है, जिसने अपने शरीर नूं सही रखना, आप झाड़ू मार दिया करो, चाहे पुरुष ने चाहे बीबियां, कोई संग नहीं। अपने घर की साफ सफाई करनी, कोई संग नहीं। कपड़े लीड़े बंदा भी धो सकता है, बीबी भी धो सकती है। इंज ना कोई एक दूजे नूं कहना ये बंदा काम करदा खरे की कमां मैं सवेरे सवेरे, इस तरह नहीं। फर्ज बनता है अपने घरां नूं वधिया करिए। जिथे गंदगी होएगी उत्थे कीड़े पैदा होणगे, जिथे ईर्खा होएगी उत्थे बीमारी पैदा होएगी, उत्थे प्रेम नहीं होएगा, बिल्कुल प्रेम नहीं होएगा। जिहदे अंदर प्रेम होएगा उहदे अंदर ईर्खा नहीं होएगी, जिस दे अंदर ईर्खा होएगी उस दे अंदर प्रेम नहीं होएगा। सो पातशाह जी फरमान करते हैं, जिस दे अंदर ईर्खा होवे उस दे अंदर प्रेम नहीं हुंदा, भाव नहीं हुंदा, इस करके उहदा भला नहीं हुंदा, कदे भी भला नहीं हुंदा। और वो बंदा इस तरह का बन जाता है, उन्होंने अपने आप नूं वो आप चंगा नहीं लगता। ध्यान देना, ईरखालू बंदा दूसरे नूं ते चंगा लगता ही नहीं, वो अपने आप नूं भी कई बार अंदरों आवाज आती है भी तू चंगा नहीं। भावें उन्होंने समझ ना लगे ना मन्ने, पर एक बारी आवाज आती है तेरी कीती हुई गल चंगी नहीं। एक बारी जरूर आवाज आती है, जदों कोई चोरी कर लगता एक बारी आवाज आती है ना कर, जदों कोई डाका मार लगता एक बारी कहंदा अंदरों आवाज आती है ना किसी का मर्डर कर, ना डाका मार, ना किसी का बुरा कर, ना किसी की चुगली कर। पर फिर भी बंदा कर बहिंदा है। जदों कर बहिंदा है तो जिहड़ी आवाज़ आउंदी हुंदी है ना कदे कदाई, वो हौली हौली घटनी शुरू हो जाती है। ज्यों ज्यों पाप बंदा अपराध करता जाता है, वो जिहड़ी अंदरों आवाज़ आउंदी हुंदी सी वो एक दिन बंद हो जाती है। अंदरों फिर ये आवाज़ आउंदी है, ये जग मिठा अगला किन डिठा। वो कहंदा वाह दी गल छड्डो, इत्थे ही है सब कुछ, बस कुछ नहीं होर कुछ नहीं। सो पातशाह जी फरमान करते हैं, ईर्खा जिहड़ी है ये बहुत माड़ी चीज़ है, बड़ी माड़ी भावना है, ये कदे भी नहीं करनी चाहिए। गुरु नानक महाराज जी तो शुरू कर लीए दसम पातशाह तक ये चीज़ बहुत चलती रही। चाहे वो मुगलों के रूप दे विच होवे, मुगल होण, चाहे गुरु घर दे होण, चाहे गुरु दे शरीक होण, सारियां दे विच ये चीज़ बिल्कुल चलती रही। तुसी बड़ी बार सरवण कर चुके हो, जदों गुरु अंगद देव पातशाह जी ने बाबा अमरदास जी नूं गुरता गद्दी मतलब गुरु नानक दी गुरगद्दी दे वारस बनाया, ते इन्नी क भाई दातो जी खास करके इन्नी की ईर्खा करते सन और विरोधता कर देंदे सन। कई बार अपने पिता जी की भी बहस भी कर देंदे सन। इन्नी ज़्यादा ईर्खा करते सन कि गुरु महाराज जी, गुरु सच्चे पातशाह जी ने, गुरु अंगद देव जी ने गुरु अमरदास महाराज जी ने कहा सी भी तुसी खडूर साहब तो गोइंदवाल साहब चले जाओ, क्योंकि इत्थे ईर्खा के भांबड़ बहुत मचे हुए। गुरु क्योंकि खडूर साहब गुरु साहब के पुत्र ही उत्थे शुरू विच रहना उन्होंने शुरू किया सी, जिस अंदर तात पराई हो। ते गुरु अमरदास महाराज जी नूं गुरु अंगद देव पातशाह जी ने ज्योति जोत समान तो पहला कह दिता सी तुसीं गोइंदवाल साहब जाके ही रहो, लागे लागे महाराज उत्थे चले गए। फिर जिला सतपुरख जिथे जाता है हर का भगत प्रगट नहीं छपे, उन्होंने अनाउंसमेंट करने की जरूरत नहीं, मेरे पिछे आओ। फुल कदी भी जाके किसी को सुनेहा नहीं दिंदा, तुसी आओ। भौरिया कहंदा भी आके मेरी सुगंधी लाओ। जिहड़े भौरे हुंदे ने आ जिवें हुण शहद दीयां मक्खियां जिहड़ियां हुंदियां ने, सूरजमुखी का फुल हो गया, सरों का फुल हो गया, जां होर कई फुल ने, गुलाब के फुल ने, सारे बनस्पति मतलब सारी खिड़ी हुई है बसंत रुत के बाद।
ਉਹਨਾਂ ਦੇ ਵਿੱਚੋਂ ਉਹ ਰਸ ਚੂਸ ਕੇ ਬੜੇ ਨੇ ਮੱਖੀਆਂ ਜਿਹੜੀਆਂ ਨੇ ਉਹ ਸ਼ਹਿਦ ਇਕੱਠਾ ਕਰਦੀਆਂ ਹਨ। ਉਹਨਾਂ ਨੂੰ ਖਿੱਚ ਕੌਣ ਪਾਉਂਦਾ? ਉਹ ਫੁੱਲ ਦੇ ਵਿੱਚ ਜਿਹੜੀ ਮਿਠਾਸ ਹੈ ਉਹ ਲੱਭ ਲੈਂਦੀਆਂ ਨੇ। ਸੰਗਤਾਂ ਜਿਹੜੀਆਂ ਸੀ ਉਸ ਨਾਮ ਰੰਗ ਦੀ ਮਿਠਾਸ ਨੂੰ ਲੈਣ ਦੇ ਲਈ ਉਧਰ ਨੂੰ ਚੱਲ ਪਈਆਂ ਜਿੱਧਰ ਗੁਰੂ ਅਮਰਦਾਸ ਮਹਾਰਾਜ। ਤੇ ਇੱਧਰ ਭਾਈ ਦਾਤੂ ਜੀ ਦੇਖਦੇ ਨੇ ਵੀ ਇੱਧਰ ਤੇ ਰੌਣਕਾਂ ਹੀ ਘਟ ਗਈਆਂ, ਇੱਧਰ ਤੇ ਰੌਣਕਾਂ ਹੀ ਘਟ ਗਈਆਂ। ਨਾਲ ਦੀ ਦੁਕਾਨ ਤੇ ਗਾਹਕ ਜ਼ਿਆਦੇ ਆ ਜਾਣ ਤੇ ਇੱਕ ਦੁਕਾਨ ਤੇ ਆਵੇ ਨਾ ਤੇ ਉਸ ਦੁਕਾਨਦਾਰ ਨੂੰ ਦੂਸਰੇ ਦੁਕਾਨਦਾਰ ਦੇ ਨਾਲ ਥੋੜੀ ਈਰਖਾ ਆਉਣ ਲੱਗ ਜਾਂਦੀ ਹੈ। ਮੈਂ ਬੋਣੀ ਨਹੀਂ ਕੀਤੀ ਤੇ ਇਸਨੇ ਕਈ ਕੁਝ ਕਮਾ ਲਿਆ, ਵਟ ਲਿਆ, ਨੈਚੁਰਲ ਈਰਖਾ ਹੋ ਜਾਂਦੀ ਹੈ। ਗੁਰੂ ਅਮਰਦਾਸ ਮਹਾਰਾਜ ਜੀ ਤੇ ਹੁਣ ਗੋਇੰਦਵਾਲ ਸਾਹਿਬ ਨੇ ਤੇ ਇੱਧਰ ਭਾਈ ਦਾਤੂ ਜੀ ਕੁਝ ਕੁ ਸੰਗਤਾਂ ਨੂੰ ਜਿਹੜੀ ਚਾਪਲੂਸ ਸੀ ਉਹਨਾਂ ਦੇ ਨਾਲ ਬੈਠ ਕੇ ਉੱਥੇ ਸੋ ਆਪਣੀ ਮਰਜ਼ੀ ਦੇ ਨਾਲ ਜੋ ਚਾਹੁੰਦੇ ਨੇ ਕਰਦੇ ਨੇ, ਪਰ ਗੱਲ ਨਹੀਂ ਬਣਦੀ। ਕਿਉਂਕਿ ਜਿੱਥੇ ਗੁਰੂ ਦੀ ਪਿਆਰੀ ਸੰਗਤ ਨਹੀਂ ਉੱਥੇ ਕੁਝ ਵੀ ਨਹੀਂ। ਹਾਂ, ਤੇਰਾ ਥਾਨ ਸੁਹਾਵਾ, ਰੂਪ ਸੁਹਾਵਾ, ਤੇਰੇ ਭਗਤ ਸੋਹੇ ਦਰਬਾਰੇ। ਗੁਰੂ ਦੇ ਘਰ ਦੇ ਮਹਿਲ ਜਾਂ ਗੁਰੂ ਘਰ ਸਤ ਸੰਗਤ ਤੋਂ ਬਿਨਾ, ਗੁਰੂ ਦੀਆਂ ਸੰਗਤਾਂ ਤੋਂ ਬਿਨਾ। ਮਹਾਰਾਜ ਦੀ ਹੋਰ ਪੰਕਤੀ ਪੜ੍ਹਦੇ ਹਾਂ, ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ, ਢੋਈ ਤਿਸੇ ਹੀ ਨੋ ਮਿਲਿਆ ਜਿਨ ਪੂਰਾ ਗੁਰੂ ਲੱਭਾ। ਗੁਰੂ ਘਰ ਧਾਰਮਿਕ ਸਥਾਨ ਵੀ ਤਾਂ ਹੀ ਚੰਗੇ ਲੱਗਦੇ ਹਨ ਜੇ ਰੱਬ ਵਰਗੀਆਂ ਸੰਗਤਾਂ ਉੱਥੇ ਬੈਠਣ। ਭਜਨ, ਸਿਮਰਨ, ਕੀਰਤਨ, ਕਥਾ, ਸੇਵਾ, ਇਹ ਸਭ ਕੁਝ ਕਰਨ ਤੇ ਬਹੁਤ ਸੋਹਣਾ ਲੱਗਦਾ। ਹੁਣ ਖਡੂਰ ਸਾਹਿਬ ਰੌਣਕ ਨਹੀਂ, ਕਿਉਂਕਿ ਗੁਰੂ ਅਮਰਦਾਸ ਸਾਹਿਬ ਗੋਇੰਦਵਾਲ ਸਾਹਿਬ ਤੇ ਮਹਾਰਾਜ ਜੀ ਆਸਣ ਤੇ ਬੈਠੇ ਨੇ। ਕਈ ਤਰ੍ਹਾਂ ਦੇ ਨਾਲ ਇਹ ਸਾਖੀ ਆਉਂਦੀ ਹੈ, ਸੋ ਅਸੀਂ ਤੇ ਭਾਵ ਅਰਥ ਲੈਣਾ ਜੋ ਪ੍ਰਮਾਣ ਆ ਰਿਹਾ ਹੈ ਗੁਰਬਾਣੀ ਦੀ ਪੰਕਤੀ ਮੁਤਾਬਕ, ਉਹਦੇ ਵਾਸਤੇ ਅਸੀਂ ਇਹ ਪ੍ਰਮਾਣ ਲਿਆ ਜਿਸ ਅੰਦਰ ਤਾਦਪੁਰਾਈ ਹੋਵੇ। ਸੋ ਸਾਰੀਆਂ ਸੰਗਤਾਂ ਦਾ ਇਕੱਠ ਜਿਹੜਾ ਉਹ ਸ੍ਰੀ ਗੋਇੰਦਵਾਲ ਸਾਹਿਬ ਹੈ। ਬੜਾ ਗੁੱਸਾ ਚੜਿਆ ਭਾਈ ਦਾਤੂ ਨੂੰ ਵੀ ਹੁਣ ਤੇ ਤੂੰ ਪਿੱਛੇ ਹੋ ਜਾ, ਹੁਣ ਤੇ ਉਹ ਦੂਰ ਚਲੇ ਗਏ ਨੇ, ਪਰ ਨਹੀਂ, ਇਹ ਉੱਥੇ ਹੀ ਚਲਾ ਗਿਆ, ਗੋਇੰਦਵਾਲ ਸਾਹਿਬ ਹੀ ਚਲਾ ਗਿਆ। ਔਰ ਗੋਇੰਦਵਾਲ ਸਾਹਿਬ ਜਾ ਕੇ ਉੱਥੇ ਜਿੱਥੇ ਮਹਾਰਾਜ ਜੀ ਬੈਠੇ ਹੋਏ ਸਨ, ਆਸਣ ਤੇ ਬੈਠੇ ਹੋਏ ਸਨ, ਬੈਠਿਆਂ ਦੇ ਮਹਾਰਾਜ ਜੀ ਦੇ ਇਸਨੇ ਆਪਣੇ ਪੈਰ ਦੇ ਨਾਲ, ਲੱਤ ਨਾਲ ਜ਼ੋਰ ਨਾਲ ਠੋਕਰ ਮਾਰੀ, ਜਾਨੀ ਠੁੱਡਾ ਮਾਰਿਆ ਔਰ ਅਪ ਸ਼ਬਦ ਬੋਲ ਦਿੱਤੇ, ਅਪ ਸ਼ਬਦ ਬੋਲ ਦਿੱਤੇ। ਕਾਫੀ ਅਪ ਸ਼ਬਦ ਬੋਲੇ। ਗੁਰੂ ਮਹਾਰਾਜ ਜੀ ਨੇ ਕੁਛ ਨਹੀਂ ਕਿਹਾ, ਸਗੋਂ ਖੜੇ ਹੋ ਕੇ ਘਰ ਵਿੱਚ ਆਏ ਨੇ, ਸਾਡੇ ਕੋਲ ਆਏ ਨੇ, ਸਾਡੇ ਮਹਿਮਾਨ ਨੇ, ਗੁਰੂ ਸਾਹਿਬ ਦੇ ਸਪੁੱਤਰ ਨੇ, ਔਰ ਬਹੁਤ ਜ਼ਿਆਦਾ ਸਤਿਕਾਰ ਕੀਤਾ, ਬਹੁਤ ਜ਼ਿਆਦਾ ਮਾਣ ਦਿੱਤਾ। ਅਕਸਰ ਸੁਣਦੇ ਹਾਂ ਅਸੀਂ, ਔਰ ਇਹ ਬਚਨ ਕੀਤਾ, ਆਪ ਗੁਰੂ ਦੇ ਸ਼ਹਿਜ਼ਾਦੇ ਹੋ, ਸਾਹਿਬਜ਼ਾਦੇ ਹੋ। ਮੈਂ ਬਜ਼ੁਰਗ ਹਾਂ, ਬੁੱਢਾ ਹਾਂ, ਮੇਰੇ ਬੁੱਢੇ ਹੱਡਾਂ ਦੇ ਵਿੱਚ ਲੱਗ ਕੇ ਤੁਹਾਡੇ ਕੋਮਲ ਚਰਨੋਂ ਕਿਤੇ ਚੋਟ ਜਾਂ ਸੱਟ ਤੇ ਨਹੀਂ ਵੱਜੀ, ਬੈਠੋ ਜੀ ਆਇਆ। ਪਰ ਭਾਈ ਦਾਤੂ ਜੀ ਇਹ ਹਟੇ ਨਹੀਂ, ਇਹ ਬਹੁਤ ਜ਼ਿਆਦਾ ਬੋਲੇ ਤੇ ਉਹਨਾਂ ਨੂੰ ਗੁਰੂ ਸਾਹਿਬ ਨੂੰ ਕਹਿੰਦੇ ਇੱਥੋਂ ਚਲੇ ਜਾਓ, ਨਿਕਲ ਜਾਓ, ਇਸ ਤਰ੍ਹਾਂ ਕਿਹਾ। ਸੋ ਫਿਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਕੁਛ ਹੋਰ ਨਹੀਂ ਬੋਲਿਆ। ਉੱਥੋਂ ਵੀ ਮਹਾਰਾਜ ਜੀ ਉੱਠੇ ਤੇ ਫਿਰ ਬਾਸਰ ਕੇ ਚਲੇ ਗਏ, ਪਿੰਡ ਬਾਸਰ ਕੇ। ਉੱਥੇ ਜਾ ਕੇ ਗੁਰਦੁਆਰਾ ਜਿਹਨੂੰ ਸੰਨ ਸਾਹਿਬ ਕਹਿੰਦੇ ਨੇ, ਉਸ ਕੋਠੇ ਦੇ ਵਿੱਚ ਜਾ ਕੇ ਮਹਾਰਾਜ ਜੀ ਬੈਠ ਗਏ ਤੇ ਦਰਵਾਜ਼ਾ ਬੰਦ ਕਰ ਲਿਆ, ਕੁੰਡੀ ਲਾ ਲਈ ਔਰ ਲਿਖ ਦਿੱਤਾ ਬਾਹਰ ਵੀ ਜਿਹੜਾ ਇਸ ਨੂੰ ਖੋਲ ਕੇ ਅੰਦਰ ਆਏਗਾ ਅਸੀਂ ਉਸ ਦੇ ਗੁਰੂ ਨਹੀਂ, ਉਹ ਸਾਡਾ ਸਿੱਖ ਨਹੀਂ।
ਹੁਣ ਕਾਫੀ ਦਿਨ ਬੀਤ ਗਏ। ਉਧਰ ਫਿਰ ਰੌਣਕਾਂ ਜਿਹੜੀਆਂ ਸੀ ਉਧਰ ਘਟਦੀਆਂ ਘਟਦੀਆਂ ਭਾਈ ਦਾਤੂ ਤੋਂ ਦੂਰ ਹੁੰਦੀ ਗਈ ਸੰਗਤ, ਕਿਉਂਕਿ ਸੰਗਤ ਚਾਹੁੰਦੀ ਹੈ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ, ਜੋ ਨਿਮਰਤਾ ਦੇ ਪੁੰਜ ਹਨ, ਜੋ ਸਤਿਗੁਰੂ ਜੀ ਦੀ ਪੂਰਨ ਬਖਸ਼ਿਸ਼ ਦੇ ਪਾਤਰ ਹਨ। ਸੰਗਤ ਉਹਨਾਂ ਨੂੰ ਪ੍ਰੇਮ ਕਰਦੀ ਹੈ, ਉਹਨਾਂ ਨੂੰ ਚਾਹੁੰਦੀ ਹੈ। ਇਸ ਕਰਕੇ ਮਹਾਰਾਜ ਜੀ ਉਸ ਕੋਠੇ ਦੇ ਅੰਦਰ ਬੈਠ ਗਏ ਤੇ ਹੁਣ ਸੰਗਤਾਂ ਦੇ ਅੰਦਰ ਬੜੀ ਤੜਫ ਹੈ। ਤੇ ਗੁਰੂ ਸਾਹਿਬ ਨੂੰ ਇਹ ਭਾਈ ਦਾਤੂ ਜਿਹੜਾ ਟਿਕਾ ਨਹੀਂ ਦੇ ਰਿਹਾ। ਸੋ ਵਿਚਾਰ ਚੱਲੀ ਹੈ, ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੇ ਭਲਾ। ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਈਰਖਾਲੂ ਬੰਦਾ ਕਿਸ ਹੱਦ ਤੱਕ ਜਾ ਸਕਦਾ ਹੈ, ਸੋਚ ਵੀ ਨਹੀਂ ਕੁਝ ਸਕਦਾ। ਉਹ ਤੁਹਾਨੂੰ ਮਾਰਨ ਤੱਕ ਜਾ ਸਕਦਾ ਹੈ, ਮਾਰਨ ਤੱਕ। ਜਿਵੇਂ ਸ਼ੀਹਾ ਮਸੰਦ ਧੀਰ ਮੱਲੀਆਂ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਮਟਾਉਣ ਦੀ ਕੋਸ਼ਿਸ਼ ਕੀਤੀ, ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ। ਮਤਲਬ ਈਰਖਾ ਇੱਥੇ ਤੱਕ ਪਹੁੰਚ ਜਾਂਦੀ ਹੈ। ਤਾਂ ਹੀ ਮਹਾਰਾਜ ਜੀ ਨੇ ਕਿਹਾ ਵੀ ਤਿਸ ਦਾ ਕਦੇ ਨਾ ਹੋਵੀ ਭਲਾ। ਤੇ ਹੁਣ ਸੰਗਤਾਂ ਜਿਹੜੀਆਂ ਨੇ ਤੜਫ ਗਈਆਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਸ਼ਨਾਂ ਨੂੰ। ਤੇ ਕੀ ਕੀਤਾ, ਬਾਬਾ ਬੁੱਢਾ ਸਾਹਿਬ ਜੀ ਕੋਲ ਜਾ ਕੇ ਬੇਨਤੀ ਕੀਤੀ, ਮਹਾਰਾਜ ਮਹਾਂਪੁਰਖੋ ਅਸੀਂ ਲੋਚਦੇ ਹਾਂ ਮਹਾਰਾਜ ਜੀ ਦੇ ਦਰਸ਼ਨ ਨੂੰ, ਸਾਨੂੰ ਪਤਾ ਨਹੀਂ ਸਤਿਗੁਰੂ ਜੀ ਕਿੱਥੇ ਨੇ ਤੇ ਸਾਨੂੰ ਦਰਸ਼ਨ ਕਰਾਓ। ਬਾਬਾ ਬੁੱਢਾ ਸਾਹਿਬ ਨੂੰ ਤੇ ਗੁਰੂ ਨਾਨਕ ਮਹਾਰਾਜ ਜੀ ਨੇ ਬਖਸ਼ੀ ਹੀ ਸੇਵਾ ਸੀ, ਇਹ ਡਿਊਟੀ ਹੀ ਇਹ ਲਾਈ ਸੀ ਪਾਤਸ਼ਾਹੀਆਂ ਦੇ ਲਈ ਸੇਵਾ ਵਾਸਤੇ। ਸੋ ਗੁਰੂ ਮਹਾਰਾਜ ਜੀ ਨੂੰ ਲੱਭਣ ਦੇ ਲਈ ਮਹਾਰਾਜ ਜੀ ਦੀ ਜਿਹੜੀ ਘੋੜੀ ਸੀ ਉੱਥੇ ਵੱਜੀ ਹੋਈ ਸੀ, ਕਹਿੰਦੇ ਉਸ ਨੂੰ ਖੋਲ ਦਿੱਤਾ ਤੇ ਜਿੱਧਰ ਘੋੜੀ ਗਈ ਤੇ ਘੋੜੀ ਉਧਰ ਚਲੀ ਗਈ ਜਿੱਧਰ ਮਹਾਰਾਜ ਜੀ ਨੇ ਆਸਣ ਲਾਇਆ ਸੀ। ਪਿੰਡ ਬਾਸ ਰੱਖੇ ਸੰਗਤਾਂ ਗਈਆਂ। ਜਦ ਬਾਹਰ ਦੇਖਿਆ ਦਰਵਾਜ਼ੇ ਤੇ ਲਿਖਿਆ ਹੋਇਆ ਸੀ, ਇਸ ਦਰਵਾਜ਼ੇ ਨੂੰ ਕੋਈ ਖੋਲ ਕੇ ਅੰਦਰ ਨਾ ਆਵੇ, ਜੋ ਆਏਗਾ ਖੋਲੇਗਾ ਉਹ ਸਾਡਾ ਸਿੱਖ ਨਹੀਂ, ਅਸੀਂ ਉਸ ਦੇ ਗੁਰੂ ਨਹੀਂ। ਕਹਿੰਦੇ ਨੇ ਬਾਬਾ ਬੁੱਢਾ ਜੀ ਨੇ ਕੀ ਕੀਤਾ, ਬੈਕ ਸਾਈਡ ਤੋਂ ਪਿੱਛੋਂ ਜਾ ਕੇ ਉਸ ਕੋਠੇ ਦੀ ਕੰਧ ਨੂੰ ਜਿੱਦਾਂ ਪਾੜ ਲਾਈ ਜਾਂ ਸੰਨ ਲਾਈ, ਮਤਲਬ ਥੋੜਾ ਤੋੜਿਆ ਭੰਨਿਆ, ਉੱਥੋਂ ਲੰਘ ਕੇ ਅੰਦਰ ਜਾ ਕੇ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਮੱਥਾ ਟੇਕ ਦਿੱਤਾ। ਜਦ ਮੱਥਾ ਟੇਕਿਆ ਤੇ ਗੁਰੂ ਸਾਹਿਬ ਨੇ ਆਪਣੇ ਨੇਤਰ ਖੋਲੇ ਤੇ ਕਹਿੰਦੇ, ਭਾਈ ਤੁਸੀਂ ਅੰਦਰ ਕਿਵੇਂ ਆ ਗਏ, ਤੁਸੀਂ ਬਾਹਰ ਪੜਿਆ ਨਹੀਂ ਵੀ ਇਸ ਦਰਵਾਜ਼ੇ ਨੂੰ ਖੋਲਣਾ ਨਹੀਂ। ਬਾਬਾ ਬੁੱਢਾ ਸਾਹਿਬ ਜੀ ਕਹਿੰਦੇ, ਮਹਾਰਾਜ ਅਸੀਂ ਦਰਵਾਜ਼ਾ ਨਹੀਂ ਖੋਲਿਆ, ਅਸੀਂ ਬਾਹਰੋਂ ਹੀ ਸਨ, ਪਿੱਛੋਂ ਹੀ ਸਨ ਲਾ ਕੇ ਅੰਦਰ ਦਰਸ਼ਨ ਦੀਦਾਰਿਆਂ ਦੇ ਲਈ ਤੁਹਾਡੇ ਪਾਸ ਆਏ ਹਾਂ। ਜਦੋਂ ਇਹ ਬਚਨ ਸੁਣਿਆ ਗੁਰੂ ਅਮਰਦਾਸ ਮਹਾਰਾਜ ਜੀ ਨੇ ਮੁਸਕਰਾਏ, ਮੁਸਕਰਾ ਕੇ ਸੰਗਤਾਂ ਦੀ ਬੇਨਤੀ ਨੂੰ ਮੰਨ ਕੇ ਤੇ ਸੱਚੇ ਪਾਤਸ਼ਾਹ ਮੁੜ ਸੇਵਾ ਦੇ ਵਿੱਚ ਹਾਜ਼ਰ ਹੋਏ। ਤੇ ਜਿਹੜਾ ਭਾਈ ਦਾਤੂ ਸੀ, ਕਹਿੰਦੇ ਗੋਇੰਦਵਾਲ ਸਾਹਿਬ ਕਾਫੀ ਸੰਗਤਾਂ ਦਾ ਚੜਾਵਾ ਸਮਾਨ ਪਿਆ ਹੋਇਆ ਸੀ। ਇਹਨੇ ਗੱਡੇ ਭਰ ਕੇ ਇਕੱਠੇ ਕਰਕੇ, ਗੋਇੰਦਵਾਲ ਸਾਹਿਬ ਤੋਂ ਖਡੂਰ ਸਾਹਿਬ ਥੋੜੀ ਦੂਰ ਹੈ, ਇਹਨੇ ਸਾਰਾ ਸਮਾਨ ਇਕੱਠਾ ਕਰਕੇ ਖਡੂਰ ਸਾਹਿਬ ਨੂੰ ਚੱਲ ਪਿਆ। ਰਾਹ 'ਚ ਇਹਨੂੰ ਡਾਕੂ ਪੈ ਗਏ ਤੇ ਸਭ ਕੁਝ ਲੁੱਟ ਲਿਆ। ਇਹਦੇ ਸੱਟ ਵੀ ਲੱਗ ਗਈ, ਕਹਿੰਦੇ ਲੱਤ ਤੇ ਬੁਰੀ ਤਰ੍ਹਾਂ ਚੋਟ ਲੱਗੀ, ਕਿਸੇ ਤਰੀਕੇ ਨਾਲ ਵੀ ਲੱਗ ਗਈ, ਮਤਲਬ ਲੱਗ ਗਈ ਜਿਹੜੀ ਲੱਤ ਗੁਰੂ ਸਾਹਿਬ ਨੂੰ ਮਾਰੀ ਸੀ। ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੇ ਭਲਾ। ਜੇ ਕੋਈ ਭਲਾ ਕਰੇਗਾ ਤੇ ਉਸ ਦਾ ਭਲਾ ਹੋਏਗਾ, ਜੇ ਕੋਈ ਕਿਸੇ ਦਾ ਬੁਰਾ ਕਰੇਗਾ ਉਹਦਾ ਬੁਰਾ ਅਵਸ਼ ਹੋਏਗਾ। ਇਹ ਕੁਦਰਤ ਦਾ ਵਿਧਾਨ ਹੈ ਸਾਧ ਸੰਗਤ। ਜੇ ਕੋਈ ਆਪਣਾ ਭਲਾ ਕਰਨਾ ਚਾਹੁੰਦਾ ਹੈ ਹਮੇਸ਼ਾ ਭਲਾ ਹੀ ਕਰੇ। ਬੁਰਾ ਤੇ ਮਹਾਰਾਜ ਜੀ ਕਹਿੰਦੇ ਤੂੰ ਸੋਚਣਾ ਵੀ ਨਹੀਂ, ਬੁਰਾ ਤੇ ਕਰਨਾ ਤੇ ਬਹੁਤ ਵੱਡੀ ਗੱਲ ਹੈ। ਬੁਰਾ ਸੋਚਣਾ ਵੀ ਪਾਪ ਹੈ, ਸਾਨੂੰ ਬੁਰਾ ਸੋਚਣਾ ਵੀ ਪਾਪ ਦੱਸਿਆ, ਪਰ ਮਨ ਇੰਜ ਕਰ ਜਾਂਦਾ। ਸੋ ਇਸ ਕਰਕੇ ਅਸੀਂ ਕੀਰਤਨ ਕਥਾ ਸੁਣਦੇ ਹਾਂ, ਮਨ ਸਾਡਾ ਮੁੜ ਜਾਏ, ਮਨ ਸਾਡਾ ਹਟ ਜਾਏ। ਔਰ ਜਿਹੜੇ ਸਿਆਣੇ ਬੰਦੇ ਹੁੰਦੇ ਨੇ ਉਹ ਕਹਿ ਦਿੰਦੇ ਨੇ, ਟੋਕ ਦਿੰਦੇ ਨੇ ਵੀ ਛੱਡ ਯਾਰ ਗੱਲ ਹੋਰ ਕਰ,
ਕੀ ਤੂੰ ਇੱਕੋ ਹੀ ਗੱਲ ਦੇ ਪਿੱਛੇ ਪਿਆ। ਸਿਆਣਾ ਬੰਦਾ ਇਸ ਤਰ੍ਹਾਂ ਕਹਿੰਦਾ, ਐਵੇਂ ਨਾ ਕਿਸੇ ਦੀ ਗੱਲ ਕਰੀ ਜਾ, ਐਵੇਂ ਨਾ ਕਿਸੇ ਦੀ ਧੀ ਭੈਣ ਨਹੁੰ ਦੀ, ਐਵੇਂ ਨਾ ਕਿਸੇ ਦੀ ਵੀ ਗੱਲ ਕਰੀ ਜਾ, ਚੰਗੀ ਗੱਲ ਨਹੀਂ ਹੁੰਦੀ। ਸੋ ਸਿਆਣਾ ਬੰਦਾ ਜ਼ਰੂਰ ਟੋਕੇਗਾ, ਉਹਨੂੰ ਰੋਕੇਗਾ, ਕਿਉਂਕਿ ਉਸ 'ਤੇ ਮਹਾਰਾਜ ਦੀ ਬਖਸ਼ਿਸ਼ ਹੁੰਦੀ ਹੈ। ਸੋ ਭਾਈ ਦਾਤੂ ਨੂੰ ਇੰਨਾ ਜ਼ਿਆਦਾ ਫਿਰ ਦਰਦ ਅਤੇ ਕਸ਼ਟ ਹੋਇਆ, ਫਿਰ ਇਸ ਨੇ ਗੁਰੂ ਅਮਰਦਾਸ ਮਹਾਰਾਜ ਜੀ ਕੋਲ ਜਾ ਕੇ ਮੁਆਫੀ ਵੀ ਮੰਗੀ ਸੀ, ਕਿਉਂਕਿ ਇੱਥੇ ਇਹ ਪੰਕਤੀ ਵੀ ਪੱਕੀ ਹੈ, ਉਸ ਤੇ ਸਦਾ ਕਦੇ ਨਾ ਹੋਵੇ ਭਲਾ। ਇਹ ਵੀ ਚੀਜ਼ ਪੱਕੀ ਹੈ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਧਾ। ਜੋ ਸ਼ਰਨ ਵਿੱਚ ਆ ਜਾਂਦਾ, ਜੋ ਹੱਥ ਜੋੜ ਲੈਂਦਾ, ਜੋ ਮਾਫੀ ਮੰਗ ਲੈਂਦਾ, ਗੁਰੂ ਮਹਾਰਾਜ ਜੀ ਉਹਨੂੰ ਮੁਆਫ ਵੀ ਕਰ ਦਿੰਦੇ ਹਨ। ਪਰ ਸੱਚੇ ਪਾਤਸ਼ਾਹ ਜੀ ਦੀ ਇਹ ਪੰਕਤੀ ਵੀ ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੇ ਭਲਾ। ਮੁਗਲ ਜਿੰਨੇ ਵੀ ਮੁਗਲ ਗੁਰੂ ਨਾਨਕ ਮਹਾਰਾਜ ਜੀ ਤੋਂ ਬਾਬਰ ਕੇ ਤੋਂ ਆ ਕੇ ਔਰੰਗਜ਼ੇਬ ਤੱਕ ਜਿੰਨੇ ਵੀ ਆਏ, ਸਾਰਿਆਂ ਨੇ ਗੁਰੂ ਘਰ ਦੇ ਨਾਲ ਈਰਖਾ ਹੀ ਰੱਖੀ, ਮਟਾਉਣਾ ਚਾਹਿਆ ਗੁਰੂ ਨਾਨਕ ਦੇ ਘਰ ਨੂੰ, ਸੇਵਾ ਸਿਮਰਨ ਦੇ ਘਰ ਨੂੰ ਮਿਟਾਉਣਾ ਚਾਹਿਆ ਵੀ ਇਹਨਾਂ ਨੂੰ ਖਤਮ ਕਰ ਦਿੱਤਾ ਜਾਏ। ਜਹਾਂਗੀਰ ਕਹਿੰਦਾ ਇਹ ਦੁਕਾਨ ਬੰਦ ਕਰ ਦਿੱਤੀ ਜਾਏ, ਪਰ ਉਹ ਆਪ ਮਿਟ ਗਏ। ਉਹ ਆਪ ਮਿਟ ਗਏ, ਸੱਚ ਨੂੰ ਮਿਟਾ ਨਾ ਸਕੇ। ਉਹ ਆਪ ਖਤਮ ਹੋ ਗਏ, ਪਰ ਉਹ ਗੁਰੂ ਨਾਨਕ ਦੇ ਘਰ ਨੂੰ ਖਤਮ ਨਾ ਕਰ ਸਕੇ। ਕਿਉਂ? ਮਹਾਰਾਜ ਜੀ ਕਹਿੰਦੇ ਵੀ ਸੱਚ ਹਮੇਸ਼ਾ ਚਮਕਦਾ ਰਹੇਗਾ, ਸੱਚ ਹਮੇਸ਼ਾ ਕਾਇਮ ਰਹੇਗਾ, ਸੱਚ ਹਮੇਸ਼ਾ ਆਬਾਦ ਰਹੇਗਾ, ਸੱਚ ਕਦੇ ਵੀ ਛੁਪ ਨਹੀਂ ਸਕਦਾ। ਇਸ ਕਰਕੇ ਸੱਚ ਦੀ ਹਮੇਸ਼ਾ ਜਿੱਤ ਹੋਏਗੀ। ਸੋ ਮਹਾਰਾਜ ਜੀ ਫਰਮਾਨ ਕਰਦੇ ਹਨ, ਜਿਹੜਾ ਇਸ ਤਰ੍ਹਾਂ ਦਾ ਮਨੁੱਖ ਹੈ, ਅਗਲੀ ਪੰਕਤੀ ਵਿੱਚ ਲਿਖਿਆ, ਉਸ ਦੇ ਆਖੀਐ ਕੋਈ ਨਾ ਲੱਗੈ, ਉਸ ਦੇ ਆਖੀਐ ਕੋਈ ਨਾ ਲੱਗੈ, ਨਿਤ ਉਜਾੜੀ ਪੁਕਾਰੇ ਖਲਾ। ਸੋ ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਜਿਹੜਾ ਇਰਖਾਲੂ ਹੁੰਦਾ ਹੈ ਉਹਦੇ ਤੇ ਕਿਸੇ ਦਾ ਫਿਰ ਇਤਬਾਰ ਨਹੀਂ ਰਹਿੰਦਾ। ਜਿਹੜਾ ਸਿਆਣਾ ਬੰਦਾ ਹੁੰਦਾ, ਲੋਕ ਸਾਰੇ ਉਸ ਤੇ ਇਤਬਾਰ ਕਰਦੇ ਨੇ। ਕੋਈ ਮਹੱਲੇ ਦੇ ਵਿੱਚ ਬਹੁਤ ਦਾਨਾ ਸਿਆਣਾ ਬੰਦਾ ਹੋਵੇ ਤੇ ਕਈ ਵਾਰ ਕੋਈ ਘਰ ਦੇ ਵਿੱਚ ਕੋਈ ਝਗੜਾ ਪ੍ਰੋਬਲਮ ਹੋ ਜਾਵੇ, ਲੋਕ ਕਹਿੰਦੇ ਨੇ ਵੀ ਉਸ ਬਾਪੂ ਨੂੰ ਲਿਆਓ, ਉਸ ਸਿਆਣੇ ਨੂੰ ਲਿਆਓ, ਕਿਉਂਕਿ ਉਹ ਕਿਸੇ ਦਾ ਪੱਖ ਨਹੀਂ ਕਰਦਾ, ਸਾਂਝੀ ਗੱਲ ਕਰਦਾ, ਸਿਆਣੀ ਗੱਲ ਕਰਦਾ। ਤੇ ਜਿਹੜਾ ਹੁੰਦਾ, ਮਹਾਰਾਜ ਜੀ ਕਹਿੰਦੇ ਇਰਖਾਲੂ, ਪਾਤਸ਼ਾਹ ਜੀ ਕਹਿੰਦੇ ਉਸ ਨੂੰ ਕੋਈ ਬੁਲਾਉਂਦਾ ਨਹੀਂ, ਉਸ ਦੇ ਆਖੀਏ ਕੋਈ ਨਾ ਲੱਗੇ, ਉਹਦਾ ਕੋਈ ਆਖਾ ਨਹੀਂ ਮੰਨਦਾ, ਉਹਦਾ ਕੋਈ ਕਹਿਣਾ ਨਹੀਂ ਮੰਨਦਾ। ਨਿਤ ਉਜਾੜੀ ਪੁਕਾਰੇ ਖਲਾ, ਜਿਵੇਂ ਕੋਈ ਉਜਾੜ ਦੇ ਵਿੱਚ ਖਲੋਤਾ ਹੋਇਆ ਕੂਕਦਾ ਫਿਰੇ, ਪੁਕਾਰਦਾ ਫਿਰੇ, ਉਸ ਨੂੰ ਕਿਤੇ ਪਾਸੋਂ ਵੀ ਕੋਈ ਮਦਦ, ਕੋਈ ਖੈਰ ਨਹੀਂ ਮਿਲਦੀ। ਮਹਾਰਾਜ ਜੀ ਕਹਿੰਦੇ ਇਸ ਤਰ੍ਹਾਂ ਦਾ ਹੈ ਉਹ ਇਰਖਾਲੂ ਇਨਸਾਨ, ਜਿਸ ਅੰਦਰ ਚੁਗਲੀ ਚੁਗਲੋ ਵਜੈ, ਕੀਤਾ ਕਰਤਾ ਕਰਤਿਆਂ ਉਸ ਦਾ ਸਭ ਗਿਆ। ਹੁਣ ਇਸ ਪੰਕਤੀ ਦੇ ਵਿੱਚ ਉਸ ਮਨੁੱਖ ਦੀ ਗੱਲ ਕੀਤੀ ਹੈ ਜਿਹੜਾ ਚੁਗਲੀ ਕਰਦਾ। ਦੇਖੋ ਰੋਜ਼ ਤੁਸੀਂ ਸਰਵਣ ਕਰਦੇ ਹੋ, ਈਰਖਾ, ਨਿੰਦਾ, ਚੁਗਲੀ, ਇਹ ਕੋਈ ਆਪਣੇ ਕੋਲੋਂ ਗੱਲਾਂ ਨਹੀਂ, ਇਹ ਬਾਣੀ ਦੇ ਵਿੱਚ ਸਭ ਕੁਝ ਲਿਖਿਆ। ਪਹਿਲਾਂ ਈਰਖਾ ਦਾ ਸ਼ਬਦ ਆਇਆ, ਹੁਣ ਅਗਲੀ ਪੰਕਤੀ ਵਿੱਚ ਆ ਗਿਆ ਚੁਗਲੀ ਦਾ। ਜਿਸ ਅੰਦਰ ਚੁਗਲੀ ਚੁਗਲੋ ਵੱਜੈ, ਪਾਤਸ਼ਾਹ ਜੀ ਕਹਿੰਦੇ ਜੋ ਚੁਗਲੀ ਕਰਦਾ ਉਹਦਾ ਨਾਂ ਰੱਖ ਦਿੱਤਾ ਜਾਂਦਾ ਚੁਗਲਖੋਰ। ਜਿਸ ਅੰਦਰ ਚੁਗਲੀ, ਜਿਹਦੇ ਅੰਦਰ ਚੁਗਲੀਆਂ ਚੱਲਦੀਆਂ ਨੇ, ਚੁਗਲੋ ਵੱਜੈ, ਵੱਜੇ ਦਾ ਮਤਲਬ ਮਸ਼ਹੂਰ ਹੋ ਜਾਂਦਾ ਚੁਗਲਖੋਰ ਵਜੋਂ। ਕੀਤਾ ਕਰਤਿਆਂ ਉਸ ਦਾ ਸਭ ਗਿਆ। ਤੇ ਮਹਾਰਾਜ ਜੀ ਕਹਿੰਦੇ ਚੁਗਲਖੋਰ ਬੰਦੇ ਦੀ ਕੀਤੀ ਹੋਈ ਸਾਰੀ ਕਮਾਈ ਖਤਮ ਹੋ ਜਾਂਦੀ ਹੈ। ਕੀਤਾ ਉਹਦਾ ਕੀਤਾ, ਕਰਤਿਆ ਉਸ ਦਾ ਸਭ ਗਿਆ, ਉਸ ਦਾ ਸਾਰਾ ਕੁਝ ਚੰਗਾ ਕੀਤਾ ਜਿਹੜਾ ਹੈ ਉਹ ਕੁਦਰਤ ਜਿਹੜੀ ਹੈ ਉਹਦਾ ਖਤਮ ਕਰ ਦਿੰਦੀ ਹੈ। ਉਹਦਾ ਚੁਗਲੀ ਜਿਹੜੀ ਹੈ ਉਹ ਨਿੰਦਿਆ ਦਾ ਰੂਪ ਹੀ ਬਣ ਜਾਂਦੀ ਹੈ। ਤੇ ਫਿਰ ਪਾਤਸ਼ਾਹ ਜੀ ਕਹਿੰਦੇ ਉਸ ਦੀ ਸਾਰੀ ਕੀਤੀ ਘਾਲ ਕਮਾਈ, ਪੁੰਨ, ਦਾਨ, ਸੇਵਾ, ਸਿਮਰਨ, ਉਹ ਸਾਰਾ ਹੀ ਬੇਅਰਥ ਚਲਾ ਜਾਂਦਾ ਹੈ। ਇੱਕ ਹੋਰ ਪੰਕਤੀ ਅਸੀਂ ਪੜ੍ਹਦੇ ਹੁੰਦੇ ਹਾਂ
ਵੀ ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੁਟਿਓ ਦੇਵਾ, ਪਰ ਨਿੰਦਾ ਮੁਕਤੇ ਨਹੀਂ ਛੋਟੀ, ਨਿਫਲ ਭਈ ਸਭ ਸੇਵਾ। ਸੋ ਜਿਹੜਾ ਇਹ ਚੀਜ਼ ਨੂੰ ਨਹੀਂ ਛੱਡਦਾ, ਉਹਦੀ ਕੀਤੀ ਹੋਈ ਸਾਰੀ ਘਾਲ ਕਮਾਈ ਸੇਵਾ ਜਿਹੜੀ ਹੈ ਬੇਅਰਥ ਚਲੀ ਜਾਂਦੀ ਹੈ। ਸਾਨੂੰ ਪਤਾ ਨਹੀਂ ਲੱਗਦਾ, ਜਦੋਂ ਸਾਡੀ ਸੇਵਾ ਵਿਅਰਥ ਜਾਏਗੀ ਸਾਨੂੰ ਚੈਨ ਨਹੀਂ ਆਏਗੀ, ਦੁੱਖ ਸਾਨੂੰ ਸਤਾਉਂਦੇ ਰਹਿਣਗੇ, ਝਗੜੇ ਕਲੇਸ਼ਾਂ ਵਿੱਚ ਪਏ ਰਵਾਂਗੇ। ਇਹਦਾ ਮਤਲਬ ਇਹ ਹੁੰਦਾ ਹੈ ਭਈ ਉਹ ਸ਼ਾਂਤੀ ਉੱਡ ਗਈ, ਕੀਤਾ ਕਰਤਿਆਂ ਉਸ ਦਾ ਸਭ ਗਿਆ, ਉਹਦੀ ਸਾਰੀ ਸੇਵਾ ਮਿਹਨਤ ਫਲ ਜਿਹੜਾ ਉਹ ਚਲਾ ਜਾਂਦਾ। ਤੇ ਜਿਹੜਾ ਮਨ ਅਸ਼ਾਂਤ ਰਹਿੰਦਾ, ਦੁਖੀ ਰਹਿੰਦਾ, ਇਹ ਉਹਦਾ ਹੀ ਸਬੂਤ ਹੁੰਦਾ ਵੀ ਇਹਦੇ ਕੋਲ ਇਹ ਮਾੜੀਆਂ ਚੀਜ਼ਾਂ ਕਰਕੇ ਬਰਕਤਾਂ ਚਲੀਆਂ ਗਈਆਂ, ਬਖਸ਼ਿਸ਼ਾਂ ਚਲੀਆਂ ਗਈਆਂ। ਨਿਤ ਚੁਗਲੀ ਕਰੇ ਅਨਹੋਂਦੀ ਪਰਾਈ, ਮੂੰਹ ਕੱਢ ਨਾ ਸਕੀ ਉਸ ਦਾ ਕਾਲਾ ਭਇਆ। ਸੋ ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਉਹ ਨਿਤ ਪਰਾਈ ਝੂਠੀ ਚੁਗਲੀ ਕਰਦਾ ਹੈ। ਦੇਖੋ ਜਦੋਂ ਕੋਈ ਚੁਗਲੀ ਕਰਦਾ, ਕੋਈ ਸੱਚੀ ਗੱਲ ਨਹੀਂ ਕਰਦਾ, ਉਹ ਨਾਲ ਝੂਠ ਦਾ ਸਹਾਰਾ ਲੈਂਦਾ, ਚੁਗਲੀ ਤਾਂ ਹੀ ਹੁੰਦੀ ਹੈ। ਜੇ ਕੋਈ ਝੂਠ ਦਾ ਸਹਾਰਾ ਨਾ ਲਵੇ ਤੇ ਚੁਗਲੀ ਬਣਦੀ ਹੀ ਨਹੀਂ। ਸੋ ਪਾਤਸ਼ਾਹ ਜੀ ਫਰਮਾਨ ਕਰਦੇ, ਨਿਤ ਚੁਗਲੀ ਕਰੇ ਅਨਹੋਂਦੀ ਪਰਾਈ, ਮੂੰਹ ਕੱਢ ਨਾ ਸਕੀ ਉਸ ਦਾ ਕਾਲਾ ਭਇਆ। ਸੋ ਪਾਤਸ਼ਾਹ ਜੀ ਕਹਿੰਦੇ ਇਸ ਤਰ੍ਹਾਂ ਦੇ ਮਨੁੱਖ ਦੇ ਮੂੰਹ ਲੱਗਣਾ ਕੋਈ ਪਸੰਦ ਨਹੀਂ ਕਰਦਾ, ਜਾਂ ਇੰਝ ਕਹਿ ਲਈਏ ਮੱਥੇ ਲੱਗਣਾ ਕੋਈ ਪਸੰਦ ਨਹੀਂ ਕਰਦਾ, ਉਸ ਨੂੰ ਕੋਈ ਚੰਗਾ ਨਹੀਂ ਸਮਝਦਾ। ਇਸ ਕਰਕੇ ਜਦੋਂ ਕੋਈ ਉਸ ਦੇ ਮੱਥੇ ਨਹੀਂ ਲੱਗਣਾ ਚਾਹੁੰਦਾ ਤੇ ਫਿਰ ਉਹਦਾ ਮੂੰਹ ਕਿਸ ਤਰ੍ਹਾਂ ਦਾ ਹੋਇਆ, ਜੋ ਬਾਣੀ ਵਿੱਚ ਲਿਖਿਆ, ਮੂੰਹ ਕੱਢ ਨਾ ਸਕੀ ਉਸ ਦਾ ਕਾਲਾ ਭਇਆ। ਕਰਮ ਧਰਤੀ ਸਰੀਰ, ਇਹ ਜਿਹੜਾ ਸਰੀਰ ਹੈ ਐਸੀ ਕਰਮਾਂ ਵਾਲੀ ਧਰਤੀ ਹੈ ਜਿਸ ਤੇ ਪਾਤਸ਼ਾਹ ਜੀ ਕਹਿੰਦੇ ਕਲਯੁਗ ਵਿੱਚ ਜਿਹਾ ਕੋ ਬੀਜੇ ਤਿਹਾ ਕੋ ਖਾਏ। ਇਸ ਕਲਯੁਗ ਦੇ ਵਿੱਚ ਜਿਵੇਂ ਦਾ ਕੋਈ ਇਸ ਕਰਮ ਧਰਤੀ ਦੇ ਵਿੱਚ ਬੀਜ ਪਾਏਗਾ, ਉਸੇ ਤਰ੍ਹਾਂ ਦਾ ਹੀ ਉੱਗੇਗਾ, ਉਸ ਤਰ੍ਹਾਂ ਦਾ ਹੀ ਪੈਦਾ ਹੋਏਗਾ। ਕਲਯੁਗ ਵਿੱਚ ਜਿਹਾ ਕੋ ਬੀਜੇ ਤਿਹਾ ਕੋ ਖਾਏ, ਗੱਲਾਂ ਉੱਪਰ ਤਪਾਵਸ ਨਾ ਹੋਈ, ਵਿਸ ਖਾਧੀ ਤਤਕਾਲ ਮਰ ਜਾਏ। ਸੋ ਪਾਤਸ਼ਾਹ ਜੀ ਕਹਿੰਦੇ ਤਪਾਵਸ ਮਤਲਬ ਨਵੇੜਾ, ਨਿਆਂ ਕੀਤੇ ਕਰਮਾਂ ਦਾ ਨਵੇੜਾ ਗੱਲਾਂ ਦੇ ਨਾਲ ਨਹੀਂ ਹੋਣਾ, ਬਖਸ਼ਿਸ਼ ਦੇ ਨਾਲ ਹੋਣਾ। ਜੋ ਅਸੀਂ ਕਰਮ ਕਰਦੇ ਹਾਂ ਉਹਨਾਂ ਦਾ ਨਵੇੜਾ ਜਿਹੜਾ ਮਹਾਰਾਜ ਜੀ ਕਹਿੰਦੇ ਰੱਬ ਨੇ ਗੱਲਾਂ ਦੇ ਨਾਲ ਨਹੀਂ ਕਰਨਾ। ਇੱਥੇ ਤੇ ਅਸੀਂ ਗੱਲਾਂ ਦੇ ਨਾਲ ਦੂਜੇ ਨੂੰ ਆਪਣੇ ਵੱਲ ਕਰ ਲੈਂਦੇ ਹਾਂ, ਭੋਲੇ ਬੰਦੇ ਨੂੰ ਕੋਈ ਨਹੀਂ ਪੁੱਛਦਾ। ਜਿਹੜਾ ਗੱਲੜੀ ਹੁੰਦਾ ਦੂਜੇ ਬੰਦੇ ਨੂੰ ਪ੍ਰਭਾਵਿਤ ਕਰ ਲੈਂਦਾ, ਆਪਣੇ ਵੱਲ ਕਰ ਲੈਂਦਾ। ਸੋ ਪਰ ਪਾਤਸ਼ਾਹ ਜੀ ਕਹਿੰਦੇ ਪਰਮਾਤਮਾ ਨੂੰ ਗੱਲਾਂ ਦੇ ਨਾਲ ਰਿਝਾਇਆ ਜਾਂ ਮਨਾਇਆ ਵਰਗਲਾਇਆ ਨਹੀਂ ਜਾ ਸਕਦਾ। ਗੱਲਾਂ ਉੱਪਰ ਤਪਾਵਸ ਨਾ ਹੋਈ, ਗੱਲਾਂ ਦੇ ਨਾਲ ਕਰਮਾਂ ਦਾ ਭਾਈ ਨਵੇੜਾ ਨਹੀਂ ਹੋਣਾ, ਬਖਸ਼ਿਸ਼ ਦੇ ਨਾਲ ਹੋਣਾ। ਜਿਵੇਂ ਮਹਾਰਾਜ ਜੀ ਕਹਿੰਦੇ ਵਿਸ ਖਾਧੀ ਤਤਕਾਲ ਮਰ ਜਾਏ। ਗੱਲਾਂ ਵਾਲਿਆਂ ਦੇ ਬਾਰੇ ਇੰਜ ਲਿਖਿਆ ਵੀ ਜਿਵੇਂ ਕੋਈ ਵਿਸ ਖਾ ਲਵੇ, ਜ਼ਹਿਰ ਖਾ ਲਵੇ, ਇੱਕਦਮ ਮੌਤ ਹੋ ਜਾਂਦੀ ਹੈ। ਤੇ ਇਸ ਤਰ੍ਹਾਂ ਜਿਹੜਾ ਕੇਵਲ ਗੱਲਾਂ ਹੀ ਕਰਦਾ ਹੈ, ਅੰਮ੍ਰਿਤ ਨਾਮ ਨੂੰ ਪੀਂਦਾ ਨਹੀਂ, ਛਕਦਾ ਨਹੀਂ, ਸੁਣਦਾ ਨਹੀਂ, ਉਹਦਾ ਜੀਵਨ ਇਸ ਤਰ੍ਹਾਂ ਇੱਕਦਮ ਖਤਮ ਹੋ ਜਾਂਦਾ, ਜਾਂ ਅੰਦਰੋਂ ਉਹ ਇੱਕਦਮ ਟੁੱਟ ਜਾਂਦਾ। ਜਿਹੜਾ ਸਤਸੰਗ ਨਹੀਂ ਕਰਦਾ, ਜਿਹੜਾ ਨਿਤਨੇਮ ਜਾਂ ਸ਼ਬਦ ਦੇ ਨਾਲ ਨਹੀਂ ਜੁੜਦਾ, ਮਹਾਰਾਜ ਜੀ ਕਹਿੰਦੇ ਉਹ ਆਪਣੇ ਆਪ ਨੂੰ ਮਰਿਆ ਮਹਿਸੂਸ ਕਰਦਾ। ਜਿਵੇਂ ਕੋਈ ਜ਼ਹਿਰ ਖਾ ਕੇ ਇੱਕਦਮ ਆਪਣੇ ਆਪ ਨੂੰ ਮਰਿਆ, ਉਹਨੂੰ ਸਾਬਤ ਕਰ ਦਿੱਤਾ ਜਾਂਦਾ, ਮੰਨ ਲਿਆ ਜਾਂਦਾ ਵੀ ਇਹ ਮਰ ਗਿਆ, ਖਤਮ ਹੈ। ਇਸ ਕਰਕੇ ਨਾਮ ਤੋਂ ਹੀ ਨਾ, ਸ਼ਬਦ ਤੋਂ ਹੀ ਨਾ ਮਨੁੱਖ ਵੀ ਮਹਾਰਾਜ ਜੀ ਨੇ ਬਾਣੀ ਵਿੱਚ ਲਿਖਿਆ, ਮ੍ਰਿਤਕ ਕਹੀਏ ਨਾਨਕਾ ਜਹ ਪ੍ਰੀਤ ਨਾਹੀ ਭਗਵੰਤ। ਉਸ ਇਨਸਾਨ ਨੂੰ ਇਨਸਾਨ ਨਹੀਂ ਕਿਹਾ, ਜਿਉਂਦਾ ਨਹੀਂ ਕਿਹਾ। ਪਿਛਲ ਰਾਤ ਨਾ ਜਾਗਿਓ ਜੀਵਦੜਿਓ ਮੋਇਓ। ਪਾਤਸ਼ਾਹ ਜੀ ਕਹਿੰਦੇ ਜਿਹੜੇ ਉੱਠਦੇ ਨਹੀਂ, ਅੰਮ੍ਰਿਤ ਵੇਲੇ ਜਾਗਦੇ ਨਹੀਂ, ਪਿਛਲ ਰਾਤੀ ਜਾਗਦੇ ਨਹੀਂ, ਪਿਛਲ ਰਾਤ ਨਾ ਜਾਗਿਓ ਜੀਵਦਿਆਂ ਮੋਇਓਏ। ਉਹ ਜਿਉਂਦੇ ਜੀ ਮੋਏ ਹਨ। ਇਹ ਬਾਣੀ ਵਿੱਚ ਲਿਖਿਆ।
ਇਹ ਕਿਸੇ ਕਵੀ ਨੇ ਨਹੀਂ ਲਿਖਿਆ, ਕਿਸੇ ਭਾਈ ਨੇ ਨਹੀਂ ਲਿਖਿਆ, ਇਹ ਬਾਣੀ ਵਿੱਚ ਸਾਫ਼ ਸਾਫ਼ ਲਿਖਿਆ। ਪਾਤਸ਼ਾਹ ਜੀ ਕਹਿੰਦੇ ਉਹ ਆਪਣੇ ਆਪ ਨੂੰ ਜਿਉਂਦੇ ਨਾ ਸਮਝਣ ਜਿਹੜੇ ਭਜਨ ਬੰਦਗੀ ਜਾਂ ਅੰਮ੍ਰਿਤ ਵੇਲੇ ਨੂੰ ਨਹੀਂ ਸੰਭਾਲਦੇ। ਉਹ ਚਾਹੇ ਸਾਡੇ ਘਰ ਦੇ ਜੀ ਹੋਣ, ਚਾਹੇ ਸਾਡੇ ਘਰ ਦੇ ਬਾਹਰ ਦੇ ਜੀ ਹੋਣ, ਕੋਈ ਵੀ ਹੋਵੇ, ਕਿਸੇ ਨੂੰ ਨਹੀਂ ਬਖਸ਼ਿਆ ਮਹਾਰਾਜ ਨੇ। ਸਾਰਿਆਂ ਦੇ ਲਈ ਬਾਣੀ ਹੈ, ਚਾਹੇ ਕੋਈ ਮੇਰਾ ਪਰਿਵਾਰ, ਚਾਹੇ ਤੁਹਾਡਾ ਪਰਿਵਾਰ, ਚਾਹੇ ਕੋਈ ਬਾਹਰ ਕੋਈ ਸੁਣ ਰਿਹਾ, ਸਾਰਿਆਂ ਵਾਸਤੇ ਉਪਦੇਸ਼ ਚੌਂ ਵਰਨਾ ਕੋ ਸਾਂਝਾ। ਉਹ ਜਿਹੜੇ ਅਸੀਂ ਸੁਣ ਰਹੇ ਹਾਂ ਤੇ ਜਾਂ ਮੈਂ ਸੁਣਾ ਰਿਹਾ, ਮੇਰੇ ਲਈ ਵੀ ਹੈ। ਜੇ ਅਸੀਂ ਨਹੀਂ ਆਪਣੇ ਅੰਮ੍ਰਿਤ ਵੇਲੇ ਨੂੰ ਸੰਭਾਲਦੇ, ਜ਼ਿੰਦਗੀ ਨੂੰ ਨਹੀਂ ਸੰਭਾਲਦੇ, ਕੁਝ ਰੱਬ ਦਾ ਸ਼ੁਕਰਾਨਾ ਨਹੀਂ ਕਰਦੇ, ਰੱਬ ਨੂੰ ਯਾਦ ਨਹੀਂ ਕਰਦੇ, ਮਹਾਰਾਜ ਜੀ ਕਹਿੰਦੇ ਉਹ ਜਿਉਂਦੇ ਜੀ ਮੁਰਦੇ ਹਨ। ਇੱਕ ਤੇ ਸਾਹ ਨਿਕਲ ਕੇ ਮੁਰਦਾ ਬਣਦੇ ਹਨ, ਉਹ ਜਿਉਂਦੇ ਜੀ ਮੁਰਦਾ ਹਨ। ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਾਹੀ ਭਗਵੰਤ। ਆਖਰੀ ਪੰਕਤੀ, ਭਾਈ ਵੇਖੋ ਨਿਆਉ ਸੱਚ ਕਰਤੇ ਕਾ, ਜਿਹਾ ਕੋਈ ਕਰੇ ਤਿਹਾ ਕੋਈ ਪਾਏ। ਮਹਾਰਾਜ ਜੀ ਗੁਰੂ ਰਾਮਦਾਸ ਫਰਮਾਨ ਕਰਦੇ ਹਨ, ਦੇਖੋ ਨਿਆਂ, ਦੇਖੋ ਮਾਲਕ ਦਾ। ਮਾਲਕ ਇੰਨਾ ਪਿਆਰਾ ਨਿਆਂ ਕਰਦਾ, ਆਦਲ ਅਦਲ ਚਲਾਏਂਦਾ। ਭਾਈ ਗੁਰਦਾਸ ਦੀਆਂ ਪੰਕਤੀਆਂ ਗੁਰੂ ਨਾਨਕ ਪਾਤਸ਼ਾਹ ਬਾਰੇ, ਆਦਲ ਅਦਲ ਚਲਾਏਦਾ, ਜ਼ਾਲਮ ਜ਼ੁਲਮ ਨ ਜੋਰ ਜਰਾਬਾ, ਜਾਹਰ ਪੀਰ ਜਗਤ ਗੁਰ ਬਾਬਾ। ਉਹ ਬਾਬਾ ਇੰਨਾ ਨਿਆਂ ਵਾਲਾ ਹੈ, ਕਿਸੇ ਤੇ ਜ਼ੁਲਮ ਨਹੀਂ ਕਰਦਾ, ਕਿਸੇ ਤੇ ਕੋਈ ਜ਼ਬਰ ਨਹੀਂ ਕਰਦਾ, ਨਾ ਉਹ ਕਿਸੇ ਦੇ ਉੱਪਰ ਜ਼ੁਲਮ ਦੇਖ ਸਕਦਾ, ਸਹਿ ਸਕਦਾ, ਤੇ ਨਾ ਉਹ ਅਨਿਆਂ ਕਰਦਾ, ਨਿਆਂ ਪਸੰਦ ਹੈ। ਸੋ ਇਸ ਕਰਕੇ ਪਰਮਾਤਮਾ ਨਿਆਂ ਇਹ ਕਰਦਾ, ਭਾਈ ਵੇਖੋ ਨਿਆਂ, ਕਹਿੰਦੇ ਦੇਖੋ ਸੱਚ ਕਰਤੇ ਕਾ, ਉਸ ਕਰਤੇ ਪੁਰਖ ਦਾ ਨਿਆਂ ਦੇਖੋ, ਜਿਹਾ ਕੋਈ ਕਰੇ ਤਿਹਾ ਕੋਈ ਪਾਏ। ਜਿਵੇਂ ਦਾ ਕੋਈ ਕਰਮ ਕਰਦਾ ਉਹਨੂੰ ਉਸੇ ਤਰ੍ਹਾਂ ਦਾ ਫਲ ਮਿਲ ਜਾਂਦਾ ਹੈ। ਜੇ ਰਾਮ ਰਾਏ ਗੁਰੂ ਦਾ ਹੁਕਮ ਨਹੀਂ ਮੰਨਦਾ, ਔਰੰਗਜ਼ੇਬ ਦੀ ਜਾ ਕੇ ਚਾਪਲੂਸੀ ਕਰਦਾ ਹੈ, ਉਹਦੇ ਪ੍ਰਭਾਵ ਹੇਠ ਆ ਕੇ ਗੁਰਬਾਣੀ ਦੀ ਪੰਕਤੀ ਨੂੰ ਬਦਲਦਾ ਹੈ, ਤੇ ਮਹਾਰਾਜ ਜੀ ਕਹਿੰਦੇ ਉਹਦਾ ਆਪਣਾ ਕਰਮ ਬਣ ਗਿਆ, ਉਸਨੇ ਆਪਣਾ ਕਰਮ ਆਪਣਾ ਕੀਤਾ ਪਾਇਆ। ਗੁਰੂ ਸਾਹਿਬ ਨੇ ਉਸ ਨੂੰ ਆਪਣੇ ਮੱਥੇ ਨਹੀਂ ਲਾਇਆ, ਭਾਵੇਂ ਗੁਰੂ ਦਾ ਪੁੱਤਰ ਸੀ। ਮਹਾਰਾਜ ਜੀ ਕਹਿੰਦੇ ਨਹੀਂ, ਤੂੰ ਸਾਡੇ ਪਾਸ ਨਹੀਂ ਆਉਣਾ, ਇਸ ਕਰਕੇ ਤੇਰਾ ਕਰਮ ਚੰਗਾ ਨਹੀਂ ਹੋਇਆ। ਜਨ ਨਾਨਕ ਕੌਸਬ ਸੋਝੀ ਪਾਈ, ਹਰ ਦਰ ਕੀਆਂ ਬਾਤਾਂ ਆਖ ਸੁਣਾਏ। ਪਾਤਸ਼ਾਹ ਜੀ ਕਹਿੰਦੇ ਸ਼ੁਕਰ ਹੈ ਮਾਲਕ, ਤੁਸੀਂ ਮੈਨੂੰ ਸੋਝੀ ਦਿੱਤੀ ਹੈ, ਮੈਨੂੰ ਰੱਬ ਦੇ ਗੀਤ ਸੁਣਨ ਨੂੰ ਮਿਲਦੇ ਪਏ ਨੇ, ਗਾਉਣ ਨੂੰ ਮਿਲਦੇ ਪਏ ਨੇ। ਜਨ ਨਾਨਕ ਕੌਸਬ ਸੋਝੀ ਪਾਈ, ਹਰ ਦਰ ਕੀਆਂ ਬਾਤਾਂ ਆਖ ਸੁਣਾਏ। ਮੈਨੂੰ ਇਸ ਯੋਗ ਬਣਾਇਆ ਕਿ ਮੈਂ ਸੁਣ ਸਕਦਾ, ਸੁਣਾ ਸਕਦਾ। ਇਹ ਤੇਰੀ ਮਿਹਰ, ਤੇਰੀ ਕਿਰਪਾ ਦੇ ਨਾਲ ਹੀ ਹੈ। ਸੋ ਸਤ ਸੰਗਤ ਜੀ, ਇਹ ਸੀ ਅੱਜ ਦੇ ਲੜੀਵਾਰ ਸ਼ਬਦ ਦੀ ਵਿਚਾਰ ਜੋ ਮਹਾਰਾਜ ਜੀ ਨੇ ਕਿਰਪਾ ਕਰਕੇ ਸੇਵਾ ਲਈ ਹੈ। ਗੁਰੂ ਮਹਾਰਾਜ ਜੀ ਆਪ ਸਭ ਦਾ ਭਲਾ ਕਰਨ, ਤੰਦਰੁਸਤੀਆਂ ਬਖਸ਼ਣ, ਨਿਤਨੇਮ ਬਖਸ਼ਣ, ਅੰਮ੍ਰਿਤ ਵੇਲਾ ਬਖਸ਼ਣ, ਪਰਿਵਾਰਾਂ ਦੇ ਕਾਰਜ ਰਾਸ ਕਰਨ, ਸਭ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਮਹਾਰਾਜ ਜੀ ਭਰੋ। ਸਾਡੇ ਅਵਗੁਣ ਨਾ ਦੇਖਣਾ, ਸਾਨੂੰ ਬਖਸ਼ ਲੈਣਾ। ਸੋ ਬੇਨਤੀ ਹੈ, ਜਿਵੇਂ ਆਪ ਜੀ ਨੂੰ ਕੱਲ੍ਹ ਵੀ ਦੱਸਿਆ ਸੀ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜੋ ਪ੍ਰਕਾਸ਼ ਸ਼ਤਾਬਦੀ 400 ਸਾਲਾ 1 ਮਈ ਨੂੰ ਆ ਰਹੀ ਹੈ। ਇਸ ਸੰਬੰਧ ਵਿੱਚ ਕੱਲ੍ਹ ਤੋਂ ਗੁਰਦੁਆਰਾ ਸਿੰਘ ਸਭਾ ਵਿਖੇ ਸੋ ਸ਼ਾਮ ਨੂੰ 3 ਤੋਂ 5 ਸ੍ਰੀ ਸੁਖਮਨੀ ਸਾਹਿਬ ਦੇ ਜਾਪ ਆਰੰਭ ਹੋਏ ਹਨ। ਸੋ ਸੰਗਤਾਂ ਨੂੰ ਬੇਨਤੀ ਹੈ, ਵੱਧ ਚੜ੍ਹ ਕੇ ਆਪ ਦੀ ਹਾਜ਼ਰੀਆਂ ਭਰੋ। ਚਾਹ ਦੇ ਲੰਗਰ ਵੀ ਚੱਲਦੇ ਹਨ, ਜੇ ਕਿਸੇ ਨੇ ਚਾਹ ਦੇਗ ਦੀ ਸੇਵਾ ਕਰਨੀ ਹੋਵੇ ਜ਼ਰੂਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸ਼ੁਕਰਾਨਾ ਕਰੋ। ਤੇਗ ਬਹਾਦਰ ਸਿਮਰੀਐ, ਘਰ ਨੌ ਨਿਧ ਆਵੇ ਧਾਏ। ਇਹ ਪੰਕਤੀ ਅਸੀਂ ਪੜ੍ਹਦੇ ਹੁੰਦੇ ਹਾਂ। ਮਤਲਬ ਇਹ ਹੈ, ਜੋ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਯਾਦ ਕਰਦਾ ਉਹਦੇ ਘਰ ਕਿਸੇ ਚੀਜ਼ ਦਾ ਘਾਟਾ ਨਹੀਂ ਰਹਿੰਦਾ। ਮਾਰੇ ਨਵ ਨਿਧੀ 18 ਸਿੱਧੇ ਪਿੱਛੇ ਲੱਗੀਆਂ ਫਿਰੇ। ਤੇਗ ਬਹਾਦਰ ਸਿਮਰੀਏ, ਘਰ ਨੌ ਨਿਧ ਆਵੇ ਧਾਏ। ਧਾਏ ਮਤਲਬ ਭੱਜ ਕੇ ਆਉਂਦੀਆਂ ਨੇ, ਧੱਕੇ ਨਾਲ ਆਉਂਦੀਆਂ ਨੇ ਬਰਕਤਾਂ, ਭੱਜ ਕੇ ਆਉਂਦੀਆਂ ਨੇ ਚੀਜ਼ਾਂ, ਪਦਾਰਥ, ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ। ਜਿਹੜਾ ਗੁਰੂ ਤੇਗ ਬਹਾਦਰ ਨੂੰ ਯਾਦ ਕਰਦਾ, ਉਹਨਾਂ ਦੀ ਸੇਵਾ ਕਰਦਾ। ਸੋ ਸ਼ਤਾਬਦੀ ਸਾਡੇ ਜੀਵਨ ਵਿੱਚ ਆ ਰਹੀ ਹੈ, ਭਾਗਾਂ ਵਿੱਚ ਆ ਰਹੀ ਹੈ। ਇਸ ਕਰਕੇ ਅਗਲੀ ਸ਼ਤਾਬਦੀ ਜਿਹੜੀ 500 ਸਾਲਾ ਉਹ ਸਾਡੇ ਕਿਸੇ ਦੇ ਵੀ
ਮੁਸ਼ਕਲ ਹੈ ਭਾਗਾਂ ਵਿੱਚ ਆਉਣੀ, ਕਿਉਂਕਿ 100 ਸਾਲ ਅਗਲਾ ਬਹੁਤ ਦੇਰ ਬਾਅਦ ਹੈ। ਸੋ ਗੁਰੂ ਨੂੰ ਯਾਦ ਕਰ ਲਈਏ ਜਿੰਨਾ ਹੋ ਸਕਦਾ ਹੈ। ਸੋ ਗੁਰੂ ਮਿਹਰ ਕਰੇ। ਸਭ ਦੀ ਹਾਜ਼ਰੀ ਮਹਾਰਾਜ ਜੀ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।